गुड मॉर्निंग स्टूडेंट्स। मैं दिनेश कुमार एस मास्टर। बेटा अज आपां पाठ 24 संविधान अते कानून बारे पढ़ांगे। बच्चों, भारत 15 अगस्त 1947 ਨੂੰ आज़ाद होया। आज़ादी तो बाद ਸਾਡੇ ਸਾਹਮਣੇ ਸਾਨਾ ਵੱਡੀ ਸਮੱਸਿਆ ਭਾਰਤੀ ਸੰਵਿਧਾਨ ਦਾ ਨਿਰਮਾਣ ਕਰਨ ਦੀ ਸੀ, ਕਿਉਂਕਿ ਇੱਕ ਆਜ਼ਾਦ ਦੇਸ਼ ਲਈ ਸੰਵਿਧਾਨ ਦਾ ਨਿਰਮਾਣ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਜੋ ਦੇਸ਼ ਕਾਨੂੰਨਾਂ ਅਨੁਸਾਰ ਚਲਾਇਆ ਜਾ ਸਕੇ। ਜੇ ਦੇਸ਼ ਵਿੱਚ ਕਾਨੂੰਨ ਨਹੀਂ ਹੋਣਗੇ ਤਾਂ ਅਰਾਜਕਤਾ ਫੈਲ ਜਾਵੇਗੀ। ਆਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ ਬ੍ਰਿਟਿਸ਼ ਰਾਜ ਦੇ ਕਾਨੂੰਨ ਹੀ ਲਾਗੂ ਹੁੰਦੇ ਸਨ। ਜੇ ਉਸ ਤੋਂ ਵੀ ਪਹਿਲਾਂ ਦੀ ਗੱਲ ਕਰੀਏ ਤਾਂ ਉਦੋਂ ਭਾਰਤ ਵਿੱਚ ਰਾਜੇ ਮਹਾਰਾਜੇ ਹੋਇਆ ਕਰਦੇ ਸਨ। ਉਹਨਾਂ ਦਾ ਜੋ ਵੀ ਹੁਕਮ ਹੁੰਦਾ ਸੀ ਉਹ ਕਾਨੂੰਨ ਹੁੰਦਾ ਸੀ। ਲੇਕਿਨ ਜਦੋਂ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ ਤਾਂ ਦੇਸ਼ ਵਿੱਚ ਲੋਕਤੰਤਰੀ ਰਾਜ ਨੂੰ ਪੂਰੀ ਤਰ੍ਹਾਂ ਸਥਾਪਿਤ ਕਰਨ ਲਈ ਸੰਵਿਧਾਨ ਦੇ ਨਿਰਮਾਣ ਦੀ ਬਹੁਤ ਜ਼ਰੂਰਤ ਸੀ। ਹੁਣ ਪ੍ਰਸ਼ਨ ਇਹ ਹੈ ਕਿ ਸੰਵਿਧਾਨ ਕੀ ਹੈ। ਬੇਟਾ, ਸੰਵਿਧਾਨ ਉਹ ਕਾਨੂੰਨੀ ਦਸਤਾਵੇਜ਼ ਹੈ ਜਿਸ ਅਨੁਸਾਰ ਕਿਸੇ ਦੇਸ਼ ਦਾ ਸ਼ਾਸਨ ਪ੍ਰਬੰਧ ਚਲਾਇਆ ਜਾਂਦਾ ਹੈ। ਦੇਸ਼ ਦੀਆਂ ਸਰਕਾਰਾਂ ਸੰਵਿਧਾਨ ਅਨੁਸਾਰ ਕੰਮ ਕਰਦੀਆਂ ਹਨ। ਆਜ਼ਾਦੀ ਤੋਂ ਬਾਅਦ ਭਾਰਤੀ ਨੇਤਾਵਾਂ ਨੇ ਇੱਕ ਸੰਵਿਧਾਨਕ ਕਮੇਟੀ ਦੀ ਰਚਨਾ ਕੀਤੀ ਅਤੇ ਡਾਕਟਰ ਰਾਜਿੰਦਰ ਪ੍ਰਸਾਦ ਜੀ ਨੂੰ ਸੰਵਿਧਾਨ ਸਭਾ ਦਾ ਸਥਾਈ ਪ੍ਰਧਾਨ ਬਣਾਇਆ ਗਿਆ। ਇਹ ਸੰਵਿਧਾਨ ਸਭਾ ਪੂਰਵ ਸੱਤਾ ਸੰਪੰਨ ਸੀ, ਪ੍ਰਭੂਸੱਤਾ ਸੰਪੰਨ ਸੀ। ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ 9 ਦਸੰਬਰ 1946 ਨੂੰ ਹੋਈ। ਉਸ ਤੋਂ ਬਾਅਦ ਸੰਵਿਧਾਨ ਨੂੰ ਅਮਲੀ ਰੂਪ ਦੇਣ ਲਈ, ਨਿਯਮਤ ਰੂਪ ਦੇਣ ਲਈ 29 ਅਗਸਤ 1947 ਨੂੰ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਪ੍ਰਧਾਨਗੀ ਹੇਠ ਇੱਕ 7 ਮੈਂਬਰੀ ਕਮੇਟੀ ਬਣਾਈ ਗਈ। ਬੇਟਾ, ਅੱਜ ਜਿਹੜੀ ਤੁਸੀਂ ਪਿਕਚਰ ਦੇਖ ਰਹੇ ਹੋ ਇਹ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਹੈ। ਭਾਰਤੀ ਸੰਵਿਧਾਨ ਦੇ ਨਿਰਮਾਣ ਦਾ ਸਿਹਰਾ ਇਹਨਾਂ ਦੇ ਸਿਰ 'ਤੇ ਹੀ ਹੈ। ਇਹ ਉਹ 7 ਮੈਂਬਰੀ ਕਮੇਟੀ ਦੇ ਚੇਅਰਮੈਨ ਸਨ ਜਿਨ੍ਹਾਂ ਨੇ ਭਾਰਤੀ ਸੰਵਿਧਾਨ ਦਾ ਨਿਰਮਾਣ ਕੀਤਾ। ਇਸ ਕਮੇਟੀ ਨੇ 11 ਸਮਾਗਮ ਬੁਲਾਏ ਗਏ ਅਤੇ ਇਸ ਕਮੇਟੀ ਨੇ 2 ਸਾਲ 11 ਮਹੀਨੇ ਅਤੇ 18 ਦਿਨਾਂ ਵਿੱਚ ਭਾਰਤੀ ਸੰਵਿਧਾਨ ਤਿਆਰ ਕੀਤਾ ਗਿਆ ਅਤੇ ਭਾਰਤੀ ਸੰਵਿਧਾਨ ਨੂੰ ਪੂਰੀ ਤਰ੍ਹਾਂ ਸਾਡੇ ਦੇਸ਼ ਵਿੱਚ 26 ਜਨਵਰੀ 1950 ਨੂੰ ਲਾਗੂ ਕੀਤਾ। ਹੁਣ 26 ਜਨਵਰੀ ਦੀ ਕੀ ਮਹੱਤਤਾ ਹੈ? ਇਸ ਦਿਨ ਪੰਡਤ ਜਵਾਹਰ ਲਾਲ ਨਹਿਰੂ ਜੀ ਦੀ ਅਗਵਾਈ ਵਿੱਚ ਪਹਿਲੀ ਵਾਰ ਕਾਂਗਰਸ ਨੇ ਪੂਰਨ ਸਵਰਾਜ ਦਾ ਮਤਾ ਪਾਸ ਕੀਤਾ ਸੀ। ਉਸ ਸਮੇਂ ਅੰਗਰੇਜ਼ੀ ਬ੍ਰਿਟਿਸ਼ ਰਾਜ ਦਾ ਭਾਰਤ ਵਿੱਚ ਰਾਜ ਸੀ ਅਤੇ ਇਹ ਘੋਸ਼ਣਾ ਕੀਤੀ ਕਿ 26 ਜਨਵਰੀ 1930 ਦਾ ਦਿਹਾੜਾ ਸਾਰੇ ਭਾਰਤ ਵਿੱਚ ਸੁਤੰਤਰਤਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ। ਇਸ ਤੋਂ ਬਾਅਦ ਹਰ ਸਾਲ 26 ਜਨਵਰੀ ਦਾ ਦਿਨ ਸੁਤੰਤਰਤਾ ਦੇ ਰੂਪ ਵਿੱਚ ਮਨਾਇਆ ਜਾਂਦਾ ਰਿਹਾ ਹੈ। ਬੇਟਾ, ਭਾਵੇਂ ਇਸ ਕਮੇਟੀ ਨੇ ਸੰਵਿਧਾਨ ਦਾ ਨਿਰਮਾਣ 26 ਨਵੰਬਰ ਹੋਇਆ ਸੀ, ਪਰ ਉਸ ਨੂੰ ਲਾਗੂ ਕਰਨ ਦਾ ਕੰਮ 26 ਜਨਵਰੀ 1950 ਨੂੰ ਕੀਤਾ ਗਿਆ
ਅਤੇ ਸੰਵਿਧਾਨ ਸਭਾ ਦੀ ਅੰਤਮ ਬੈਠਕ 25 ਜਨਵਰੀ 1950 ਨੂੰ ਹੋਈ, ਜਿਸ ਵਿੱਚ ਸ਼੍ਰੀ ਰਾਜਿੰਦਰ ਕੁਮਾਰ ਜੀ ਨੂੰ ਭਾਰਤ ਦਾ ਪਹਿਲਾ ਰਾਸ਼ਟਰਪਤੀ ਚੁਣਿਆ ਗਿਆ ਅਤੇ ਇਸ ਤਰ੍ਹਾਂ 26 ਜਨਵਰੀ 1950 ਨੂੰ ਭਾਰਤ ਪੂਰਨ ਰੂਪ ਵਿੱਚ ਪ੍ਰਭੂਸੱਤਾ ਸੰਪੰਨ ਲੋਕਤੰਤਰੀ ਗਣਰਾਜ ਬਣ ਗਿਆ। ਬੇਟਾ ਇਹ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ, ਇਹ ਡਾਕਟਰ ਰਾਜਿੰਦਰ ਪ੍ਰਸਾਦ ਜੀ ਹੈ, ਜਿਹੜੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣੇ। ਬੇਟਾ ਹੁਣ ਆਪਾਂ ਗੱਲ ਕਰਾਂਗੇ ਕਾਨੂੰਨ ਦੀ ਗੱਲ ਕਰਾਂਗੇ। ਸੰਵਿਧਾਨ, ਕਿਉਂਕਿ ਸੰਵਿਧਾਨ ਜਿਹੜਾ ਕਾਨੂੰਨੀ ਦਸਤਾਵੇਜ਼ ਹੈ, ਕਿਉਂਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਅਤੇ ਉਸ ਨੂੰ ਕਾਨੂੰਨ ਅਨੁਸਾਰ ਹੀ ਜਿਉਣਾ ਪੈਂਦਾ ਹੈ। ਭਾਵੇਂ ਅੰਗਰੇਜ਼ੀ ਰਾਜ ਵਿੱਚ ਵੀ ਕਾਨੂੰਨ ਸਨ, ਲੇਕਿਨ ਭਾਰਤ ਵਿੱਚ ਵੀ ਜਦੋਂ ਸੰਵਿਧਾਨ ਦਾ ਨਿਰਮਾਣ ਹੋਇਆ ਤਾਂ ਉਸ ਵਿੱਚ ਭਾਰਤੀ ਲੋਕਤੰਤਰ ਲਈ ਆਪਣੇ ਕਾਨੂੰਨ ਬਣਾਏ ਗਏ। ਕਾਨੂੰਨ ਦਾ ਸ਼ਬਦੀ ਅਰਥ ਲਾ ਹੈ, ਜਿਸ ਦਾ ਅਰਥ ਹੈ ਨਿਸ਼ਚਿਤ ਨਿਯਮ। ਭਾਰਤੀ ਸੰਵਿਧਾਨ ਅਨੁਸਾਰ ਭਾਰਤ ਵਿੱਚ ਕਾਨੂੰਨ ਦਾ ਸ਼ਾਸਨ ਲਾਗੂ ਕੀਤਾ ਗਿਆ। ਉਸ ਤੋਂ ਬਾਅਦ ਸੰਵਿਧਾਨ ਵਿੱਚ ਬਹੁਤ ਸਾਰੇ ਕਾਨੂੰਨ ਬਣੇ, ਜਿਵੇਂ ਦਾਜ ਵਿਰੋਧੀ ਕਾਨੂੰਨ, ਭਰੂਣ ਹੱਤਿਆ ਕਾਨੂੰਨ ਅਤੇ ਇਸ ਤਰ੍ਹਾਂ ਦੇ ਹੋਰ ਬੜੇ ਕਾਨੂੰਨ ਬਣਾਏ, ਜਿਨ੍ਹਾਂ ਵਿੱਚ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਵੀ ਦਿੱਤੇ ਗਏ। ਅਤੇ ਹੁਣ ਗੱਲ ਕਰਾਂਗੇ ਸੰਵਿਧਾਨ ਦੀ ਸਰਵਉੱਚਤਾ ਦੀ। ਜਿਹੜਾ ਭਾਰਤੀ ਸੰਵਿਧਾਨ ਨੂੰ ਸਰਵਉੱਚ ਮੰਨਿਆ ਗਿਆ ਹੈ। ਸਾਡੀ ਸਰਕਾਰ ਵਿੱਚ ਅਹਿਮ ਅਹੁਦਿਆਂ 'ਤੇ ਨਿਯੁਕਤੀ ਤੋਂ ਪਹਿਲਾਂ ਸੰਵਿਧਾਨ ਦੀ ਸਰਵਉੱਚਤਾ ਅਤੇ ਸੰਵਿਧਾਨ ਨੂੰ ਮੰਨਣ ਦੀ ਸਹੁੰ ਚੁਕਾਈ ਜਾਂਦੀ ਹੈ। ਇਸ ਤਰ੍ਹਾਂ ਸੰਵਿਧਾਨ ਅਨੁਸਾਰ ਹੀ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਕੰਮ ਕਰਦੀਆਂ ਹਨ। ਕਾਨੂੰਨ ਦੀ ਪੈਰਵੀ ਲਈ ਨਿਆਂਪਾਲਿਕਾ ਦਾ ਗਠਨ ਕੀਤਾ ਗਿਆ ਹੈ। ਨਿਆਂਪਾਲਿਕਾ ਨੂੰ ਆਜ਼ਾਦ ਅਤੇ ਨਿਰਪੱਖ ਬਣਾਇਆ ਗਿਆ ਹੈ। ਜੇਕਰ ਕੋਈ ਵੀ ਸੰਸਥਾ ਅਤੇ ਸੰਵਿਧਾਨ ਅਨੁਸਾਰ ਕੰਮ ਨਹੀਂ ਕਰਦੀ ਤਾਂ ਉਸ ਨੂੰ ਗੈਰ ਸੰਵਿਧਾਨਿਕ ਘੋਸ਼ਿਤ ਕੀਤਾ ਜਾਂਦਾ ਹੈ। ਬੇਟਾ ਸੰਵਿਧਾਨ ਦੀ ਸਰਵਉੱਚਤਾ ਤੋਂ ਭਾਵ ਹੈ ਕਿ ਜਿਹੜਾ ਭਾਰਤੀ ਸੰਵਿਧਾਨ ਹੈ ਇਹ ਸਾਰੀਆਂ ਸੰਸਥਾਵਾਂ ਨਾਲੋਂ ਸਰਵਉੱਚ ਹੈ। ਜੇਕਰ ਕੋਈ ਵੀ ਸਰਕਾਰ ਇਸ ਦੇ ਵਿਰੁੱਧ ਕੋਈ ਕੰਮ ਕਰਦੀ ਹੈ, ਕੋਈ ਨੀਤੀ ਬਣਾਉਂਦੀ ਹੈ, ਕੋਈ ਕਾਨੂੰਨ ਬਣਾਉਂਦੀ ਹੈ, ਤਾਂ ਜਿਹੜੀ ਭਾਰਤ ਦੀ ਨਿਆਂਪਾਲਿਕਾ ਹੈ ਉਹ ਉਸ ਕਾਨੂੰਨ ਨੂੰ ਰੱਦ ਕਰ ਸਕਦੀ ਹੈ। ਇਸ ਤਰ੍ਹਾਂ ਨਿਆਂਪਾਲਿਕਾ ਨੂੰ ਸੰਵਿਧਾਨ ਦੀ ਪਹਿਰੇਦਾਰ ਬਣਾਇਆ ਗਿਆ ਹੈ। ਬੇਟਾ ਇੱਥੇ ਗੱਲ ਇੱਕ ਹੋਰ ਕਰਾਂਗਾ ਕਿ ਭਾਰਤੀ ਸੰਵਿਧਾਨ ਲਈ ਜਿਹੜੇ ਕਾਨੂੰਨਾਂ ਦਾ ਨਿਰਮਾਣ ਹੁੰਦਾ ਹੈ ਉਹ ਭਾਰਤ ਦੀ ਪਾਰਲੀਮੈਂਟ ਹਾਊਸ ਵਿੱਚ ਕੀਤਾ ਜਾਂਦਾ ਹੈ, ਜਿਸ ਵਿੱਚ 2 ਸਦਨ ਹੁੰਦੇ ਹਨ, ਲੋਕ ਸਭਾ ਅਤੇ ਰਾਜ ਸਭਾ। ਪਹਿਲਾਂ ਲੋਕ ਸਭਾ ਵਿੱਚ ਕਾਨੂੰਨ ਪਾਸ ਹੁੰਦਾ ਹੈ, ਫਿਰ ਕਾਨੂੰਨ ਦਾ ਜਿਹੜਾ ਮਤਾ ਹੁੰਦਾ ਹੈ ਰਾਜ ਸਭਾ 'ਚ ਪਾਸ ਹੁੰਦਾ ਹੈ। ਰਾਸ਼ਟਰਪਤੀ ਜੀ ਦੀ ਮੋਹਰ ਲੱਗਣ ਤੋਂ ਬਾਅਦ ਫਿਰ ਉਹ ਕਾਨੂੰਨ ਪੂਰੀ ਤਰ੍ਹਾਂ ਲਾਗੂ ਹੋ ਜਾਂਦਾ ਹੈ, ਸੰਵਿਧਾਨ ਵਿੱਚ ਦਰਜ ਹੋ ਜਾਂਦਾ ਹੈ। ਜਿਹੜੀ ਇਹ ਤੁਸੀਂ ਫੋਟੋ ਦੇਖ ਰਹੇ ਹੋ ਇਹ ਪਾਰਲੀਮੈਂਟ ਹਾਊਸ ਦੀ ਹੈ, ਜਿਸ ਵਿੱਚ ਲੋਕ ਸਭਾ ਰਾਜ ਸਭਾ ਦੇ ਮੈਂਬਰ ਬੈਠਦੇ ਹਨ ਅਤੇ ਦੇਸ਼ ਦੀਆਂ ਨੀਤੀਆਂ ਅਤੇ ਨਿਯਮ ਕਾਨੂੰਨ ਇੱਥੇ ਹੀ ਬਣਾਏ ਜਾਂਦੇ ਹਨ। ਇਹ ਜਿਹੜੀ ਪਿਕਚਰ ਦੇਖ ਰਹੇ ਹੋ ਇਹ ਭਾਰਤ ਦੀ ਸਰਵ ਉੱਚ ਅਦਾਲਤ ਸੁਪਰੀਮ ਕੋਰਟ ਦੀ ਹੈ। ਉਸ ਤੋਂ ਥੱਲੇ ਹਾਈ ਕੋਰਟ ਅਤੇ ਹੋਰ ਹੇਠਲੀਆਂ ਅਦਾਲਤਾਂ ਆ ਜਾਂਦੀਆਂ ਹਨ। ਜਿਵੇਂ ਕਿ ਮੈਂ ਗੱਲ ਕੀਤੀ ਸੀ, ਜੇਕਰ ਕੋਈ ਸਰਕਾਰ ਵਿਅਕਤੀ ਜਾਂ ਕੋਈ ਸਰਕਾਰ ਇਹੋ ਜਿਹੀ ਨੀਤੀ ਬਣਾਉਂਦੀ ਹੈ ਜਿਹੜੀ ਸੰਵਿਧਾਨ ਦੀ ਉਲੰਘਣਾ ਕਰਦੀ ਹੈ, ਤਾਂ ਜਿਹੜੀ ਇਹ ਨਿਆਂਪਾਲਿਕਾ ਹੈ ਉਹ ਉਸ ਕਾਨੂੰਨ ਨੂੰ, ਨੀਤੀ ਨੂੰ ਰੱਦ ਕਰਦੀ ਹੈ ਅਤੇ ਸੰਵਿਧਾਨ ਅਨੁਸਾਰ ਹੀ ਆਪਣੇ ਫੈਸਲੇ ਸੁਣਾਉਂਦੀ ਹੈ ਅਤੇ ਇਹ ਸੰਵਿਧਾਨ ਦੀ ਪੂਰੀ ਤਰ੍ਹਾਂ ਰੱਖਿਆ ਕਰਦੀ ਹੈ।
ਇਸ ਕਰਕੇ ਇਸ ਨੂੰ ਸੰਵਿਧਾਨ ਪਹਿਰੇਦਾਰ ਬਣਾਇਆ ਗਿਆ ਹੈ ਸੰਵਿਧਾਨ ਦੀ। ਨਿਆਂਪਾਲਕਾਂ ਨੂੰ ਨਿਰਪੱਖ ਅਤੇ ਸੁਤੰਤਰ ਕੀਤਾ ਗਿਆ ਹੈ, ਭਾਵ ਇਸ ਦੇ ਫੈਸਲੇ ਜਿਹੜੇ ਨਿਰਪੱਖ ਹੁੰਦੇ ਹਨ, ਬਿਨਾਂ ਪੱਖਪਾਤ ਦੇ ਹੁੰਦੇ ਹਨ। ਨਿਰਪੱਖ ਦਾ ਮਤਲਬ ਨਿਰਪੱਖ, ਬਿਨਾਂ ਪੱਖਪਾਤ ਤੋਂ ਨਿਆਂਪਾਲਿਕਾ ਫੈਸਲੇ ਦਿੰਦੀ ਹੈ। ਇਹ ਕਿਸੇ ਵੀ ਸਰਕਾਰ ਦੇ ਦਬਾਅ ਥੱਲੇ ਆ ਕੇ ਕੰਮ ਨਹੀਂ ਕਰਦੀ ਅਤੇ ਇਸ ਦੇ ਫੈਸਲੇ ਇਸ ਲਈ ਨਿਰਪੱਖ ਅਤੇ ਸੁਤੰਤਰ ਹੁੰਦੇ ਹਨ। ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ, ਜੇਕਰ ਕੋਈ ਵਿਧਾਨ ਮੰਡਲ ਦੁਆਰਾ ਬਣਾਇਆ ਕਾਨੂੰਨ ਜਾਂ ਕਾਰਜਪਾਲਿਕਾ ਦੁਆਰਾ ਜਾਰੀ ਕੀਤੇ ਆਦੇਸ਼ ਸੰਵਿਧਾਨ ਦੇ ਕਿਸੇ ਅਨੁਛੇਦ ਜਾਂ ਧਾਰਾ ਦੀ ਉਲੰਘਣਾ ਕਰਦੇ ਹੋਣ ਤਾਂ ਅਜਿਹੇ ਕਾਨੂੰਨਾਂ ਜਾਂ ਆਦੇਸ਼ਾਂ ਨੂੰ ਨਿਆਂਪਾਲਿਕਾ ਅਸੰਵਿਧਾਨਕ ਘੋਸ਼ਿਤ ਕਰ ਸਕਦੀ ਹੈ। ਬੇਟਾ, ਅੱਜ ਦੀ ਵੀਡੀਓ 'ਚ ਆਪਾਂ ਪਾਠ ਇੰਨਾ ਹੀ ਪੜ੍ਹਾਂਗੇ। ਉਸ ਤੋਂ ਬਾਅਦ ਨੈਕਸਟ ਵੀਡੀਓ ਵਿੱਚ ਤੁਹਾਨੂੰ ਬਾਕੀ ਪਾਠ ਪੜ੍ਹਾਇਆ ਜਾਏਗਾ ਅਤੇ ਅਭਿਆਸ ਪ੍ਰਸ਼ਨ ਕੀਤੇ ਜਾਣਗੇ। ਤੁਸੀਂ ਇੱਕ ਵਾਰੀ ਇਹ ਪਾਠ ਆਪ ਵੀ ਘਰੇ ਲਰਨ ਕਰ ਲੈਣਾ। ਥੈਂਕ ਯੂ।